ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ। ਅੱਜ ਕਰਾਂਗੇ 7ਵੇਂ ਅਧਿਆਇ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਦਸ਼ਮੇਸ਼ ਜੀ ਦਾ ਜਲਾਲੀ ਸਰੂਪ। ਜੇਕਰ ਪਿਛਲੇ ਅਧਿਆਇ ਦੀ ਗੱਲ ਕਰੀਏ ਤਾਂ ਪਿਛਲੇ ਅਧਿਆਇ ਗੁਰੂ ਤੇਗ ਬਹਾਦਰ ਵਿੱਚ ਲੇਖਕ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਦੱਸਿਆ ਸੀ ਕਿ ਕਿਸ ਤਰ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ। ਤੇ ਹੁਣ ਸ਼ੁਰੂ ਕਰਦੇ ਹਾਂ 7ਵਾਂ ਅਧਿਆਇ, ਦਸ਼ਮੇਸ਼ ਜੀ ਦਾ ਜਲਾਲੀ ਸਰੂਪ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਿਧਾਂਤ ਨੂੰ ਵਰਣਨ ਕਰਨਾ ਇਉਂ ਹੈ ਜਿਵੇਂ ਕੋਈ ਸੂਰਜ ਸਾਹਮਣੇ ਝਾਕ ਕੇ ਕੈਮਰੇ ਨਾਲ ਉਸਦੀ ਫੋਟੋ ਉਤਾਰਨ ਦਾ ਯਤਨ ਕਰੇ। ਅਵਸ਼ਯ ਸਿੱਟਾ ਇਸ ਯਤਨ ਦਾ ਇਹੋ ਨਿਕਲੇਗਾ ਕਿ ਚਕਸ਼ੂ ਅੰਧ ਹੋ ਜਾਣਗੇ ਤੇ ਕੈਮਰੇ ਦੀ ਫਿਲਮ ਕ੍ਰੈਸ਼ ਹੋ ਜਾਵੇਗੀ। ਜੇ ਕੋਈ ਪ੍ਰਤੱਖ ਬਿਜਲੀ ਨੂੰ ਹੱਥ ਨਾਲ ਫੜਨ ਦਾ ਯਤਨ ਕਰੇਗਾ ਉਹ ਭਸਮ ਤਾਂ ਹੋ ਸਕਦਾ ਹੈ ਪਰ ਸਫਲ ਨਹੀਂ। ਕਿਉਂ? ਇਸ ਲਈ ਕਿ ਪੁਰਸ਼ੋਤਮ ਗੁਰੂ ਅਵਤਾਰ ਆਪਣੇ ਦਿਵਯ ਜਲਵੇ ਜਲਾਲ ਦੇ ਰੂਪ ਵਿੱਚ ਅਮਿਤ ਅਥਾਹ ਅਗੋਚਰ ਮਨ ਬੁੱਧੀ ਦੀ ਪਹੁੰਚ ਤੋਂ ਵਿਮੁਕਤ ਪਰਮ ਈਸ਼ਵਰ ਸੱਤਾ ਨਾਲ ਅਭੇਦ ਹੁੰਦੇ ਹਨ ਅਤੇ ਉਹਨਾਂ ਦੇ ਦਰਸ਼ਨ ਸਿਧਾਂਤ ਦਾ ਵਰਣਨ ਅਸੰਭਵ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਭੌਤਿਕ ਜਲਾਲ ਬਾਬਤ ਮਹਾਕਵੀ ਸੰਤੋਖ ਸਿੰਘ ਨੇ ਕਿਹਾ ਹੈ, ਦੂਰਨ ਰੀਖ ਦਰਸ਼ਨ ਸਤਿਗੁਰ ਕੇ, ਤਾਂ ਉਹਨਾਂ ਦੇ ਆਤਮਿਕ ਓਜ, ਦਿਵ ਪ੍ਰਤਿਭਾ, ਰੂਹਾਨੀ ਜਲਾਲ ਅਤੇ ਪ੍ਰਾਪੌਤਿਕ ਅਸੀਮਤਾ ਦੀ ਵਰਣਨ ਵਿਆਖਿਆ ਉਹਨਾਂ ਦੇ ਜੀਵਨ ਸਿਧਾਂਤ ਦੇ ਵਿਸ਼ਲੇਸ਼ਣ ਦੇ ਮਹੱਤਵ ਨਾਲ ਕਰਨ ਦਾ ਹੌਸਲਾ ਕੌਣ ਕਰੇ। ਜਿਸ ਵੇਲੇ ਅਰਜਨ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਸ਼ੁੱਧ ਰੂਪ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ, ਭਗਵਦ ਗੀਤਾ ਦੇ ਅਨੁਸਾਰ ਦ੍ਰਿਸ਼ਟਮ ਇੱਛਮ ਤੇ ਰੂਪਮ ਈਸ਼ਵਰੋ ਪੁਰਸ਼ੋਤਮ, ਤਦ ਭਗਵਾਨ ਦਾ ਉੱਤਰ ਸੀ, ਨਾ ਤੂ ਮਾਂ ਸਕਯਸੋ ਦ੍ਰਿਸ਼ਟਮਾ। ਮਨੁੱਖ ਗਿਆਨ ਇੰਦਰੀਆਂ ਦੁਆਰਾ ਮਨ ਬੁੱਧੀ ਦੀ ਸ਼ਕਤੀ ਨਾਲ ਅਮਿਤ ਅਸੀਮ ਗੁਰਜਯੋਤੀ ਦਾ ਪਾਰਾਵਰ ਪਾ ਤਾਂ ਨਹੀਂ ਸਕਦਾ ਜਦ ਤੱਕ ਉਸ ਨੂੰ ਦਿਵ ਦ੍ਰਿਸ਼ਟੀ ਬ੍ਰਹਮ ਚਕਸ਼ੂ ਪ੍ਰਾਪਤ ਨਾ ਹੋ ਜਾਣ। ਇਸੇ ਕਾਰਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਕਿ ਤੇਰੀ ਪੁਰਸ਼ੋਤਮ ਪੁਰਖ ਦੇ ਦਰਸ਼ਨਾਂ ਦੀ ਇੱਛਾ ਪੂਰੀ ਕਰਨ ਹਿਤ ਮੈਂ ਤੈਨੂੰ ਰੂਹਾਨੀ ਅੱਖਾਂ ਪ੍ਰਦਾਨ ਕਰਦਾ, ਦਿਵਯਮ ਦਦਾਮੀ ਤੇ ਚਕਸ਼ੂ। ਇਹੋ ਵਿਚਾਰਿਆ ਪੁਰਸ਼ੋਤਮ ਗੁਰੂ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁੱਧ ਜੀਵਨ ਸਿਧਾਂਤ ਤਾਂ ਇਹੋ ਹੈ ਕਿ ਮਨੁੱਖ ਦਾ ਪਰਮ ਧਰਮ ਹੈ ਗਿਆਨ ਭਗਤੀ ਦੁਆਰਾ ਆਤਮ ਰੂਪ ਪਰਮ ਈਸ਼ਵਰ ਦੀ ਪ੍ਰਾਪਤੀ, ਸਮੀਪਤਾ। ਪਰ ਇਸ ਗਿਆਨ ਭਗਤੀ ਦੀ ਵਿਧੀ ਕੀ ਹੋਵੇ ਅਤੇ ਇਸ ਦਾ ਸਮਾਜੀ ਰਾਸੀ ਵਾਤਾਵਰਣ ਕੀ ਹੋਵੇ, ਇਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਦੇਣ ਦਾ ਯਤਨ ਜਦੋਂ ਕਰੀਦਾ ਤਾਂ ਇਹ ਦੋ ਪ੍ਰਸ਼ਨ ਨਵਾਂ ਰੂਪ ਪਲਟਾ ਲੈਂਦੇ ਹਨ। ਇਉਂ ਪਹਿਲਾ, ਸਿੱਖ ਧਰਮ ਜਿਸ ਬਾਬਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਮੈਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਜਨਮ ਲਿਆ ਹੈ, ਯਹੀ ਕਾਜ ਤਰਾ ਹਮ ਜਨਮ ਧਰਮ ਚਲਾਵਨ। ਉਸ ਧਰਮ ਅਥਵਾ ਮਤ ਦੀ ਰੂਪਰੇਖਾ ਕੀ ਹੈ। ਦੂਸਰਾ, ਕਿ ਸਿੱਖ ਧਰਮ ਕੇਵਲ ਇੱਕ ਨਿੱਜੀ ਜੀਵਨ ਹੈ ਜਿਸ ਦਾ ਆਧਾਰ ਅੰਤਰ ਆਤਮਕ ਸਾਧਨ ਹਨ ਅਤੇ ਜੋ ਸਮਾਜੀ ਢਾਂਚਿਆਂ ਅਤੇ ਰਾਜਸੀ ਕਰਤਬਾਂ ਵਿੱਚ ਦਿਲਚਸਪੀ ਨਹੀਂ ਰੱਖਦਾ ਅਤੇ ਇਹਨਾਂ ਵਾਦਾਂ ਵਿਵਾਦਾਂ ਅਤੇ ਸੰਘਰਸ਼ ਝਗੜਿਆਂ ਤੋਂ ਨਿਰਲੇਪ ਰਹਿਣਾ ਚਾਹੁੰਦਾ ਹੈ, ਜਾਂ ਕਿ ਸਮਾਜਿਕ ਪ੍ਰਬੰਧ ਅਤੇ ਰਾਜਨੀਤਿਕ ਸ਼ਾਸਨ ਇਸ ਧਰਮ ਦਾ ਅਨਿਖੜਵਾਂ ਅੰਗ ਹਨ। ਪਹਿਲੇ ਪ੍ਰਸ਼ਨ ਦਾ ਉੱਤਰ ਸਿੱਖ ਮਤ ਦੇ ਨਿਰਣੈ ਦੇ ਰੂਪ ਵਿੱਚ ਹੀ ਦਿੱਤਾ ਜਾ ਸਕਦਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਸਰਵ ਸੰਪੰਨ ਦਰਸ਼ਨ ਫਲਸਫੇ ਦੀ ਤੁਲਨਾ ਰੱਖਦਾ ਹੈ ਅਤੇ ਕਿਸੇ ਛੋਟੀ ਮੋਟੀ ਗੱਲਬਾਤ ਜਾਂ ਗੋਸ਼ਟੀ ਦਾ ਵਿਸ਼ਾ ਨਹੀਂ ਬਣ ਸਕਦਾ। ਹਾਂ, ਦੂਜੇ ਪ੍ਰਸ਼ਨ ਦੇ ਉੱਤਰ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਮੁਖ ਵਾਕ ਬਚਨਾਂ ਅਤੇ ਉਹਨਾਂ ਦੇ ਸਵੈ ਜੀਵਨ ਆਧਾਰਿਤ ਚਮਤਕਾਰੀ ਕਿਰਦਾਰਾਂ ਦੀ ਪੜਚੋਲ ਅਵਸ਼ਯ ਹੋ ਜਾਂਦੀ ਹੈ।
ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਿਧਾਂਤ ਦੇ ਇਸ ਪਹਿਲੂ ਉੱਤੇ ਮੈਂ ਹੁਣ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਮੁਖਵਾਕ ਬਚਨ ਕੁਝ ਤਾਂ ਦਸਮ ਗ੍ਰੰਥ ਵਿੱਚ ਸੁਰੱਖਿਅਤ ਹੋਏ ਸਾਨੂੰ ਪ੍ਰਾਪਤ ਹਨ ਅਤੇ ਕੁਝ ਕਥਾ, ਸਾਖੀਆਂ ਤੇ ਪਰੰਪਰਾ ਇਤਿਹਾਸ ਦੁਆਰਾ ਦਸਤਯਾਬ ਹਨ। ਪਰ ਉਹ ਵਾਕ ਬਚਨ ਅਤੇ ਉਹਨਾਂ ਦੇ ਜੀਵਨ ਕਰਤੱਵਾਂ ਤੇ ਕਰਨੀਆਂ ਨੂੰ ਜਿੰਨਾ ਚਿਰ ਇਕੱਠਿਆਂ ਅਤੇ ਸੰਗਠਿਤ ਰੂਪ ਮੰਨ ਕੇ ਵਾਚਿਆ ਅਤੇ ਸਮਝਿਆ ਨਹੀਂ ਜਾਂਦਾ, ਉਤਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਅਤੇ ਰਾਜਸੀ ਸਿਧਾਂਤ ਦੀ ਰੂਪਰੇਖਾ ਉਗੜਦੀ ਨਹੀਂ। ਅਨੇਕਾਂ ਕਾਰਜ ਅਤੇ ਕੋਤਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਇਸ ਤਰ੍ਹਾਂ ਰਲੇ ਮਿਲੇ ਪਏ ਹਨ ਕਿ ਅਜੇ ਤੱਕ ਉਹਨਾਂ ਦਾ ਇਤਿਹਾਸਿਕ ਅਤੇ ਪੁਰਾਣਿਕ ਅੰਸ਼, ਉਹਨਾਂ ਦਾ ਭਾਵ ਅਤੇ ਰਹੱਸ ਅਤੇ ਉਹਨਾਂ ਦਾ ਲੀਲਾ ਰੂਪ ਤੇ ਸੰਘਰਸ਼ ਰੂਪ ਨਿਖੇੜਿਆ ਤੇ ਬਿਆਨਿਆ ਨਹੀਂ ਜਾ ਸਕਦਾ। ਭਾਈ ਨੰਦ ਲਾਲ ਜੀ ਨੇ ਸੱਚ ਹੀ ਕਿਹਾ ਸੀ, ਗਾਹੇ ਜ਼ਾਹਿਦ ਗਾਹੇ ਸੂਫੀ, ਗਾਹਾਂ ਕਲੰਦਰ ਮੀ ਸਵਦ, ਰੰਗ ਹਾਏ ਮੁਖਤਲਫ ਦਾਰਦ ਬੂਤੇ ਅਯਾਰਮਾ। ਕੀ ਅਨੰਤ ਤੇ ਮੁਖਤਲਿਫ ਜੀਵਨ ਕਿਰਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਦੇਖੇ ਹਨ, ਕਦੇ ਜ਼ਾਹਿਦ, ਕਦੇ ਸੂਫੀ ਅਤੇ ਕਦੇ ਕਲੰਦਰ। ਇਹ ਤਸ਼ਰੀਹ ਭਾਈ ਨੰਦ ਲਾਲ ਜੀ ਦੀ ਉਸੇ ਭਾਵ ਦੀ ਹੈ ਜਿਸ ਦਾ ਜ਼ਿਕਰ ਭਗਵਤ ਗੀਤਾ ਵਿੱਚ ਆਉਂਦਾ ਹੈ। ਨ ਅੰਤੋ ਇਸਦੀ ਮਮ ਦਿਵਯ ਨਾਮ ਵਿਭੂਤੀ ਨਾਮ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਲੀਲਾ ਵਿੱਚ ਸਭ ਨਾਲੋਂ ਉਗੜਵਾਂ, ਪ੍ਰਮੁੱਖ, ਕੇਂਦਰੀ ਅਤੇ ਸ਼੍ਰੋਮਣੀ ਚਮਤਕਾਰ ਹੈ ਖਾਲਸਾ ਪੰਥ ਦੀ ਸਾਜਨਾ ਅਤੇ ਇਸ ਮਹਾਨ ਘਟਨਾ ਤੋਂ ਪਹਿਲਾਂ ਅਤੇ ਇਸ ਨਾਲ ਸੰਬੰਧਿਤ ਤੇ ਸੰਗਤ ਪ੍ਰਾਪਤ ਦੇਵੀ ਪੂਜਨ ਦਾ ਕੋਤਕ। ਇਹਨਾਂ ਦੋ ਘਟਨਾਵਾਂ ਵਿੱਚ ਮੇਰੇ ਵਿਚਾਰਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਜੀ ਅਤੇ ਰਾਜਸੀ ਦਰਸ਼ਨ ਸਿਧਾਂਤ ਲੁਕਿਆ ਪਿਆ ਹੈ। ਮਾਰਕੰਡੇ ਪੁਰਾਣ ਵਿੱਚ ਕਥਿਤ ਦੁਰਗਾ ਦੇਵੀ ਦੇ ਰਾਖਸ਼ਾਂ ਦੇ ਸਰਦਾਰ ਮਹਿਕਾਸੁਰ ਨੂੰ ਯੁੱਧ ਵਿੱਚ ਮਾਰ ਮਕਾਉਣ ਦਾ ਵਰਣਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਦਰਬਾਰੀ ਕਵੀਆਂ ਰਾਹੀਂ ਬ੍ਰਿਜੀ ਬੋਲੀ ਅਤੇ ਪੰਜਾਬੀ ਭਾਸ਼ਾ ਵਿੱਚ ਦੋ ਬੋਲੀਆਂ ਵਿੱਚ ਅਨੁਵਾਦਿਆ ਹੈ ਅਤੇ ਇਉਂ ਕਿਸੇ ਹੋਰ ਗ੍ਰੰਥ ਸ਼ਾਸਤਰ ਤੇ ਤਰਜਮਾਉਣ ਅਤੇ ਅਨੁਵਾਦਨ ਦੀ ਗਵਾਹੀ ਸਾਨੂੰ ਨਹੀਂ ਮਿਲਦੀ। ਹੋਰ ਅਨੰਦਪੁਰ ਸਾਹਿਬ ਦੇ ਲਾਗੇ ਨੈਣੇ ਗੁੱਜਰ ਦੇ ਟਿੱਲੇ ਉੱਤੇ ਕੇਸ਼ਵ ਦਾਸ ਪ੍ਰੋਹਿਤ ਰਾਹੀਂ ਦੇਵੀ ਪ੍ਰਗਟਾਉਣ ਲਈ ਯੱਗ ਕਰਨ ਬਾਬਤ ਅਟੁੱਟ ਪਰੰਪਰਾ ਅਤੇ ਇਤਿਹਾਸਿਕ ਪ੍ਰੋੜਤਾ ਮਿਲਦੀ ਹੈ। ਕੇਵਲ ਇਸ ਯੱਗ ਦੇ ਮੰਤਵ ਰਹੱਸ ਬਾਰੇ ਵਿਚਾਰਾਂ ਦੀ ਭਿੰਨਤਾ ਹੈ। ਗੁਰੂ ਗੋਬਿੰਦ ਸਿੰਘ ਜੀ ਭਾਗਵਤ ਪੁਰਾਣ ਦੇ ਆਧਾਰ ਉਤੇ ਬ੍ਰਿਜੀ ਬੋਲੀ ਵਿੱਚ ਅਨੁਵਾਦੀ ਹੋਈ ਦੁਰਗਾ ਅਤੇ ਅਸੂਰਾਂ ਦੇ ਯੁੱਧ ਦੀ ਕਥਾ ਵਿੱਚ ਆਪ ਨਿਰਣਾ ਕਰਦੇ ਹਨ ਕਿ ਇਸ ਪੁਰਾਣਿਕ ਸਾਹਿਤ ਨੂੰ ਉਲਾਥਣ ਅਤੇ ਪਰਚਾਉਣ ਦਾ ਮੂਲ ਮੰਤਵ ਮਨੁੱਖ ਜਾਤੀ ਵਿੱਚ ਧਰਮ ਯੁੱਧ ਦਾ ਚਾਅ ਉਪਜਾਉਣਾ ਹੈ। ਦੁਰਗਾ ਪੂਜਾ ਜਾਂ ਪੁਰਾਣਿਕ ਧਰਮ ਦਾ ਪ੍ਰਚਾਰ ਮੰਤਵ ਨਹੀਂ। ਕਥਾ ਭਗਵਤ ਪੁਰਾਣ ਕੀ ਪਾਖਾ ਕਹੀ ਬਣਾਏ, ਅਵਰ ਲਾਲਸਾ ਨਾਹੀ ਮੋਹੇ, ਧਰਮ ਯੁੱਧ ਕੇ ਚਾਏ। ਮਹਾਕਵੀ ਸੰਤੋਖ ਸਿੰਘ ਵੀ ਦੁਰਗਾ ਪੂਜਨ ਦੀ ਸਾਖੀ ਦਾ ਵਿਸਤਾਰ ਕਰਨ ਉਪਰੰਤ ਨਿਰਣਾ ਕਰਦੇ ਹਨ, ਦੇਵੀ ਦੇਵ ਜਿਤੇ ਜਗਮਾਹੀ, ਗੁਰਪਦ ਪੰਕਜ ਮਦ ਸਮਾਹੀ, ਇਹ ਵੀ ਇੱਕ ਕੋਤਕ ਕੋ ਕਾਜਾ, ਕਰਤ ਚਰਿਤ ਗਰੀਬ ਨਿਵਾਜ਼ਾ। ਇਸ ਦੇਵੀ ਪੂਜਨ ਦੇ ਕੋਤਕ ਪਿੱਛੇ ਦੋ ਮਹਾਨ ਰਹੱਸਮਈ ਅਤੇ ਮੌਲਿਕ ਵਿਚਾਰ ਲੁਕੇ ਪਏ ਹਨ, ਜਿਨ੍ਹਾਂ ਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣਾ ਲਈ ਵੀ ਅਤੇ ਕੌਮ ਅਤੇ ਜਾਤੀ ਨੂੰ ਆਤਮਿਕ ਨਵ ਜਨਮ ਦੇਣ ਲਈ ਵੀ ਭਰਪੂਰ ਪ੍ਰਯੋਗ ਕੀਤਾ। ਇਹ ਦੋ ਵਿਚਾਰ ਹਨ। ਪਹਿਲਾ, ਜੀਵਨ ਸੰਘਰਸ਼ ਇੱਕ ਵਾਸਤਵਿਕ ਸਤਰੂਪ ਕਰਮ ਖੇਤਰ ਹੈ, ਕੇਵਲ ਪਰਛਾਵੇਂ ਵਤ ਅਸਾਰ, ਮਾਇਆ ਛਾਇਆ ਦਾ ਖੇਲ ਨਹੀਂ, ਜਿਸ ਤੋਂ ਗਿਆਨਵਾਨ ਪੁਰਸ਼ ਨੂੰ ਛੇਤੀ ਤੋਂ ਛੇਤੀ ਇਕੱਲ ਵਾਂਝੇ ਹੋ ਜਾਣਾ ਚਾਹੀਏ। ਜੀਵਨ ਨੇਕੀ ਅਤੇ ਬਦੀ ਦਾ ਸਾਰ ਰੂਪ ਯੁੱਧ ਅਤੇ ਸੰਗਰਾਮ ਹੈ ਅਤੇ ਗਿਆਨਵਾਨ ਬੁੱਧੀਵਾਨ ਪੁਰਸ਼ਾਂ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਸੰਸਾਰ ਨੂੰ ਤਿਆਗਣ ਨਾ ਸਗੋਂ ਇਸ ਵਿੱਚ ਗੰਭੀਰ ਅਤੇ ਭਰਪੂਰ ਭਾਗ ਲੈਣ, ਤਾਂ ਜੋ ਧਰਮ, ਸੁਖਾਵਾਂ ਤੇ ਪ੍ਰਗਤੀਸ਼ੀਲ ਸਮਾਜ ਸਥਾਪਿਤ ਤੇ ਸੁਰੱਖਿਅਤ ਹੋਵੇ। ਇਸੇ ਸਿਧਾਂਤ ਵਿੱਚ ਸਿੱਖ ਜਾਤੀ ਦੇ ਬਾਹਰਮੁਖੀ ਅਤੇ ਕਰਮਯੋਗੀ ਹੋਣ ਦਾ ਭੇਦ ਲੁਕਿਆ ਪਿਆ ਹੈ। ਦੂਜਾ ਵਿਚਾਰ ਇਸ ਕੋਤਕ ਵਿੱਚ ਪੋਸ਼ੀਦਾ ਇਹ ਹੈ ਕਿ ਜੀਵਨ ਨੂੰ ਉਤਸ਼ਾਹਿਤ, ਬਲਵਾਨ ਤੇ ਸ਼ਕਤੀਸ਼ਾਲੀ ਬਣਾਉਣ ਦੀ ਸੱਤਾ ਸ਼ਬਦ ਸ਼ਾਸਨ ਬੁੱਧੀ ਦੀ ਉਪਜ ਨਹੀਂ ਅਤੇ ਬੌਧਿਕ ਫਲਸਫਾ ਵਿਗਿਆਨ ਇਸ ਲਈ
ਉਤਨਾ ਸਹਾਇਕ ਨਹੀਂ ਜਿਤਨੇ ਕਿ ਚਿੰਨ੍ਹ ਤੇ ਅਲੰਕਾਰ। ਜਿੱਥੇ ਬੁੱਧੀ ਅਤੇ ਗਿਆਨ ਦੀ ਸੀਮਾ ਮੁੱਕ ਜਾਂਦੀ ਹੈ, ਉਸ ਤੋਂ ਉਚੇਰੀ ਗਮਤਾ ਚਿੰਨ੍ਹਾਂ, ਸੰਕੇਤਾਂ ਅਤੇ ਅਲੰਕਾਰਾਂ ਦੀ ਹੈ। ਇਸ ਲਈ ਚਿੰਨ੍ਹਾਂ ਦੇ ਪ੍ਰਯੋਗ ਤੋਂ ਬਿਨਾਂ ਨਾ ਵਿਅਕਤੀਗਤ ਜੀਵਨ ਅਤੇ ਨਾ ਹੀ ਸਮੂਹਿਕ ਜਾਂ ਜਾਤੀ ਜੀਵਨ ਨਿਰਮਾਣਿਤ ਅਤੇ ਨਰੋਇਆ ਬਣਾਇਆ ਜਾ ਸਕਦਾ ਹੈ। ਇਉਂ ਦੁਰਗਾ ਮਹਿਕਾਸੁਰ ਸੰਗਰਾਮ ਚਿੰਨ੍ਹ ਤੇ ਸੰਕੇਤ ਹੈ, ਮਨੁੱਖ ਦੀ ਆਤਮਾ ਅਤੇ ਬੁਨਿਆਦੀ ਸੰਘਰਸ਼ ਦਾ। ਇਸ ਚਿੰਨ੍ਹ ਦੀ ਸਿਮਰਤੀ ਅਤੇ ਸ਼ੁੱਧ ਪ੍ਰਯੋਗ ਤੋਂ ਬਿਨਾਂ ਨਵ ਜੀਵਨ ਦਾ ਉਥਾਨ ਅਤੇ ਉਸਦੀ ਦ੍ਰਿੜਤਾ ਸੰਭਵ ਨਹੀਂ। ਇਹੋ ਨੁਕਤਾ ਹੈ ਜਿਸ ਵੱਲ ਵੇਦ ਵਿੱਚ ਇਸ਼ਾਰਾ ਹੈ। ਪ੍ਰੋਕਕਸ਼ ਕਾਮਯ ਦੇਵਾ। ਦੇਵਲੋਕ ਅਤੇ ਦਿਵ ਸ਼ਕਤੀਆਂ ਨਾਲ ਸੰਪਰਕ। ਦੇਵਲੋਕ ਅਤੇ ਦਿਵ ਸ਼ਕਤੀਆਂ ਦਾ ਸੰਪਰਕ ਬੌਧਿਕ ਸੰਬੋਧਾਂ ਦੁਆਰਾ ਸੰਭਵ ਨਹੀਂ, ਚਿੰਨ੍ਹ ਅਤੇ ਸੰਕੇਤਾਂ ਦੁਆਰਾ ਹੀ ਸੰਭਵ ਹੈ। ਇਹ ਕੁੰਜੀ ਹੈ ਖਾਲਸੇ ਦੇ ਚਿੰਨ੍ਹਾਂ, ਕਕਾਰਾਂ ਅਤੇ ਰਹਿਤ ਬਹਿਤ ਦੇ ਰਹੱਸ ਦੀ। ਦੂਜੀ ਮਹਾਨ ਘਟਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਹੈ, ਖਾਲਸੇ ਦੀ ਸਾਜਨਾ। ਆਮ ਵਿਸ਼ਵਾਸ ਹੈ ਕਿ ਸਿੱਖ ਸੰਗਤਾਂ ਨੂੰ ਨਵਾਂ ਰੂਪ ਦੇ ਕੇ ਸੰਗਤ ਸਥਾਨੀ ਖਾਲਸਾ ਬਣਾਇਆ। ਗੁਰ ਸੰਗਤ ਕੀਨੀ ਖਾਲਸਾ, ਮਨਮੁਖੀ ਦੋਹੇਲਾ। ਪਰ ਖਾਲਸਾ ਅਤੇ ਸਿੱਖ ਸੰਗਤਾਂ ਇੱਕੋ ਅਰਥਾਂ ਵਾਲੇ ਦੋ ਸ਼ਬਦ ਨਹੀਂ ਹਨ। ਸੰਗਤ ਤਾਂ ਸਿੱਖਾਂ ਦੀ ਹੈ, ਉਹਨਾਂ ਧਰਮ ਅਭਿਲਾਸ਼ੀਆਂ ਦਾ ਸਮਾਜ ਜੋ ਗੁਰੂ ਦੇ ਉਪਦੇਸ਼ਾਂ ਨੂੰ ਕਬੂਲਦੇ ਅਤੇ ਅਪਣਾਉਂਦੇ ਹਨ, ਅਤੇ ਇਉਂ ਉਹਨਾਂ ਦਾ ਰਿਸ਼ਤਾ ਗੁਰੂ ਨਾਲ ਸ਼ਰਧਾ ਅਤੇ ਨਿਸ਼ਚੇ ਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਗਾਏ, ਸੂ ਪਲਖੇ ਉਠ ਹਰਿ ਨਾਮ ਧਿਆਵੇ। ਪੰਨਾ 305। तथा मन बेचै सतगुर के पास, तिस सेवक के कारज रास। पन्ना 286। पर खालसा दी पद पदवी सिख दी पद पदवी नालों भिन्न अते उच्चतर है। खालसा मेरो रूप है खास, खालसे मैं हो करो निवास। हो खालसे को खालसा मेरो, ओत पोत सागर बुंधेरो। जग्यासी अभ्यासी ਧਰਮ ਪੰਥ ਦਾ ਪਾਂਦੀ ਹੈ ਅਤੇ ਖਾਲਸਾ ਉਸ ਸਮਾਜਿਕ ਅਤੇ ਰਾਜਸੀ ਪ੍ਰਬੰਧ ਸ਼ਾਸਨ ਦਾ ਸ੍ਰਿਸ਼ਤਾ, ਨਿਰਮਾਤਾ, ਸਥਾਪਿਤ ਕਰਨ ਵਾਲਾ ਅਤੇ ਉਸ ਪ੍ਰਬੰਧ ਸ਼ਾਸਨ ਦੀ ਰੱਖਿਆ ਕਰਨ ਵਾਲਾ ਹੈ ਜਿਸ ਸਮਾਜੀ ਅਤੇ ਰਾਜਸੀ ਨਿਜ਼ਾਮ ਦੇ ਵਿੱਚ ਸ਼ੁੱਧ ਅਤੇ ਸਨਾਤਨ ਧਰਮ ਜੀਵਿਆ ਤੇ ਪ੍ਰਚਾਰਿਆ ਜਾ ਸਕਦਾ ਹੈ। ਇਸ ਪ੍ਰਕਾਰ ਦਾ ਇਹਨਾਂ ਆਸ਼ਿਆਂ ਉੱਤੇ ਆਧਾਰਿਤ ਇਸ ਸੁਫਿਰਤੀ ਦੀਆਂ ਨੀਹਾਂ ਉੱਤੇ ਉਸਾਰਿਆ ਹੋਇਆ ਸੰਘ ਸੁਸਾਇਟੀ ਮਨੁੱਖੀ ਤਵਾਰੀਖ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣਾ ਤੋਂ ਪਹਿਲਾਂ ਕਦੇ ਨਿਰਮਿਤ ਜਾਂ ਸਥਾਪਿਤ ਨਹੀਂ ਸੀ ਕੀਤਾ ਗਿਆ। ਲੈਨਿਨ ਨੇ ਜਦੋਂ ਸੰਨ 1917 ਵਿੱਚ ਖਾਲਸੇ ਦੀ ਸਾਜਣਾ ਤੋਂ 218 ਵਰ੍ਹੇ ਪਿੱਛੋਂ ਆਪਣੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਜੁਮੇ ਕੇ ਸਾਰੇ ਸੰਸਾਰ ਅਤੇ ਮਨੁੱਖ ਜਾਤੀ ਵਿੱਚ ਸੋਸ਼ਲਿਸਟ ਲੀਹਾਂ ਉੱਤੇ ਵਿਦਰੋਹ ਕ੍ਰਾਂਤੀ ਦਾ ਪ੍ਰੋਗਰਾਮ ਲਿਆਇਆ ਗਿਆ, ਤਾਂ ਉਸਨੇ ਬੜੇ ਗੌਰਵ ਨਾਲ ਦਾਅਵਾ ਕੀਤਾ ਕਿ ਅਜਿਹਾ ਸੰਘ ਸੰਸਾਰ ਦੀ ਤਵਾਰੀਖ ਵਿੱਚ ਪਹਿਲੀ ਵਾਰ ਸਿਰਜਿਆ ਗਿਆ ਹੈ। ਇਹ ਦਾਅਵਾ ਅਗਿਆਨ ਅਤੇ ਆਸ਼ਰਿਤ ਸੀ ਅਤੇ ਸੰਨ 1952 ਵਿੱਚ ਜਗਤ ਪ੍ਰਸਿੱਧ ਇਤਿਹਾਸਕਾਰ ਅਰਨਲਡ ਟਾਈਨਬੀ ਨੇ ਆਪਣੇ ਮਹਾਗ੍ਰੰਥ ਹਿਸਟਰੀ ਆਫ ਦਾ ਵਰਲਡ ਵਿੱਚ ਨਿਰਣਾ ਕੀਤਾ ਹੈ ਕਿ ਲੈਨਿਨ ਦੀ ਕਮਿਊਨਿਸਟ ਪਾਰਟੀ ਦਾ ਪੂਰਵਜ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ ਅਤੇ ਇਹ ਪਾਰਟੀ ਸੰਭਵ ਉਤਪਤੀ ਦੀ ਪਦਵੀ ਦੀ ਅਧਿਕਾਰੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਹੈ ਕਿ ਪ੍ਰਕਿਰਤਿਕ ਪ੍ਰਗਤੀ ਉੱਤੇ ਮਨੁੱਖ ਦਾ ਵਸੀਕਾਰ ਨਹੀਂ, ਪਰ ਅਧਿਆਤਮਕ ਪ੍ਰਗਤੀ ਮਨੁੱਖ ਅਧੀਨ ਹੈ। ਖਾਲਸਾ ਪੰਥ ਦੀ ਸਾਜਨਾ ਦਾ ਮੂਲ ਅਤੇ ਅਸਲੀ ਕਾਰਨ ਇਹ ਸਿਧਾਂਤ ਹੀ ਹੈ ਅਤੇ ਖਾਲਸੇ ਦਾ ਪ੍ਰੋਗਰਾਮ ਅਤੇ ਆਸ਼ਾ ਉਦੇਸ਼ ਇਹੋ ਹੈ ਕਿ ਕਿਸੇ ਹਾਲਤ ਵਿੱਚ ਵੀ ਅਤੇ ਕਿਸੇ ਕਾਲ ਨੀਤੀ ਦੇ ਪ੍ਰਭਾਵ ਹੇਠਾਂ ਪਰਾਧੀਨਤਾ ਸਵੀਕਾਰ ਨਾ ਕਰੇ। ਜਿਹਾ ਕਿ ਰਤਨ ਸਿੰਘ ਪੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਿਹਾ ਹੈ, ਕਿਸ ਹੂੰ ਕੀ ਇੱਕ ਕਾਣ ਨਾ ਧਰੈ, ਰਾਜ ਕਰੈ ਇੱਕੇ ਲਰ ਮਰੈ। ਇਹ ਪ੍ਰਭੂ ਸੱਤਾ ਪ੍ਰਾਪਤ ਖਾਲਸਾ ਤਦ ਸਵਰਾਜ ਸਥਾਪਨ ਕਰੇ ਜਿਸ ਵਿੱਚ ਸ਼ੁਭ ਬਿਰਤੀਆਂ ਅਤੇ ਨਿਰਮਲ ਕਿਰਦਾਰ ਵਾਲੇ ਲੋਕਾਂ ਦੀ ਰੱਖਿਆ ਹੋਵੇ ਅਤੇ ਦਰਜਨਾਂ ਦੀ ਸੋਧ ਸੁਧਾਈ ਹੁੰਦੀ ਰਹੇ। ਇਹੋ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਵਾਕਾਂ ਵਿੱਚ ਹੈ। ਯਹੀ ਕਾਜ ਤਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਅਜਿਹਾ ਸੁਖਾਵਾਂ ਅਤੇ ਸ਼ੁਭ ਰਾਜ ਸ਼ਾਸਨ ਜਦੋਂ ਦ੍ਰਿੜ ਸਥਾਪਿਤ ਹੋ ਜਾਵੇ
ਤਾਂ ਉਹ ਆਪਣੇ ਆਪ ਹੀ ਬਾਕੀ ਕੌਮਾਂ ਅਤੇ ਸਮਾਜ ਲਈ ਪ੍ਰੇਰਕ ਨਮੂਨਾ ਬਣ ਜਾਵੇਗਾ। ਭਾਈ ਸੁੱਖਾ ਸਿੰਘ ਦੇ ਗੁਰਲਿਬਾਸ ਵਿੱਚ ਅੰਕਿਤ ਹੈ ਕਿ ਇਹ ਖੜਗ ਕੇਤੂ ਪੁਰਖਾ ਸੋ ਜਾਨ, ਜੋ ਚੋਂ ਚਾਹਤ ਖਾਲਸ ਨਿਦਾਨ। ਇਹ ਆਦ ਅੰਤ ਤਾਕੋ ਸੋ ਪੰਥ, ਗੁਰ ਰਚਿਓ ਜਗਤ ਕਹਿ ਤੈਨ ਸੰਤ। ਬਸ ਇਹੋ ਰਿਆਸ ਇਸ ਦੋਹੇ ਦਾ ਸਮਝਣਾ ਚਾਹੀਏ ਜੋ ਸਿੱਖ ਸੰਗਤਾਂ ਸਵੇਰੇ ਸ਼ਾਮ ਸਦੀਆਂ ਤੋਂ ਸੰਸਾਰ ਭਰ ਵਿੱਚ ਉੱਚੀ ਉੱਚੀ ਪੜ੍ਹਦੀਆਂ ਹਨ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਭਗਵਦ ਗੀਤਾ ਦੇ ਅੰਤ ਵਿੱਚ ਸਾਰ ਪ੍ਰਦਰਸ਼ਨੀ ਸ਼ਲੋਕ ਹੈ ਕਿ ਯਤਰ ਯੋਗੇਸ਼ਵਰ ਕ੍ਰਿਸ਼ਨੋ ਯਤਰ ਪਾਰਥੋ, ਤੁਨਾਦਰਾ ਤ੍ਰਿਤ ਸ੍ਰੀਵਾਜੋ ਵਿਵਾਜੋ ਭੂਤੀ ਧਰਵਾ ਮਤਰਮ। ਇਸ ਮਹਾਵਾਕ ਦਾ ਸਾਰ ਇਹ ਹੈ ਕਿ ਮਨੁੱਖ ਦਾ ਇਸ ਜਹਾਨ ਅਤੇ ਅਗਲੀ ਦੁਨੀਆ ਵਿੱਚ ਕਲਿਆਣ ਤਦ ਹੀ ਸੰਭਵ ਹੈ ਜਦੋਂ ਜੋਗੇਸ਼ਵਰ ਕ੍ਰਿਸ਼ਨ ਅਤੇ ਧਨੁਸ਼ਧਾਰੀ ਅਰਜੁਨ ਇਕੱਠੇ ਹੋ ਕੇ ਕੰਮ ਕਰਨ। ਅਫਲਾਤੂਨ ਪਲਾਟੋ ਨੇ ਵੀ ਆਪਣੇ ਜਗਤ ਪ੍ਰਸਿੱਧ ਗ੍ਰੰਥ ਦੀ ਰਿਪਬਲਿਕ ਵਿੱਚ ਅੰਤ ਨੂੰ ਇਹ ਨਿਸ਼ਚੈ ਕੀਤਾ ਸੀ ਕਿ ਜਦੋਂ ਤੱਕ ਗਿਆਨ ਅਤੇ ਸ਼ਕਤੀ ਦਾ ਸਹਿਯੋਗ ਜਾਂ ਸੰਮੇਲਨ ਨਹੀਂ ਹੁੰਦਾ, ਸੁਖਾਵਾਂ ਅਤੇ ਸ਼ੁੱਧ ਰਾਜਸੀ ਸ਼ਾਸਨ ਸਥਾਪਿਤ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣ ਦਾ ਰਹੱਸ ਇਹੋ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣ ਦਾ ਰਹੱਸ ਇਹੋ ਹੈ ਕਿ ਕਿਸੇ ਵਿਸ਼ੇਸ਼ ਵਿਅਕਤੀ ਵਿੱਚ ਨਾ ਸਗੋਂ ਇੱਕ ਵਿਸ਼ੇਸ਼ ਸੰਘ ਵਿੱਚ ਯੋਗ ਅਤੇ ਧਨੁਸ਼, ਗਿਆਨ ਤੇ ਸ਼ਕਤੀ, ਅਧਿਆਤਮਕ ਔਜ ਅਤੇ ਸੰਪੰਨ ਰਾਜਸੀ ਪ੍ਰਭੂਸੱਤਾ ਇਕੱਠੇ ਕਰਨ ਅਤੇ ਉਸਦੇ ਪੀੜ੍ਹੀ ਦਰ ਪੀੜ੍ਹੀ ਜੁਗੋ ਜੁਗ ਅਖੰਡ ਪਰਵਾਦ ਦਾ ਬਾਨਣੂ ਬੰਨਿਆ ਜਾਵੇ। ਇਹੋ ਰਾਹ ਇੱਥੋਂ ਉੱਥੇ ਦੋਹੀ ਥਾਈ ਕਲਿਆਣ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੋ ਸਤਰ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਿਧਾਂਤ ਦਾ ਸਾਰਾਂਸ਼ ਹੈ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 7ਵਾਂ ਅਧਿਆਇ ਦਸ਼ਮੇਸ਼ ਜੀ ਦਾ ਜਲਾਲੀ ਸਰੂਪ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ ਤੇ ਜਲਦੀ ਹੀ ਲੈ ਕੇ ਆਵਾਂਗੇ ਇਸੇ ਕਿਤਾਬ ਦਾ ਅਗਲਾ ਅਧਿਆਇ ਜਿਸ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਅਗਾਵਧੂ ਲਿਖਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।